ਜਿਹੜੀ ਬਾਹਰ ਦੀ ਜੀਵਨ ਯਾਤਰਾ ਹੈ, ਜਿਹਨੂੰ ਪਰਸਥਿਤੀ ਕਹਿੰਦੇ ਨੇ, ਇਹ ਪਰਸਥਿਤੀ ਬਹੁਤੇ ਭਗਤਾਂ ਦੀ ਵੀ ਠੀਕ ਨਹੀਂ ਸੀ। ਰਵਿਦਾਸ ਭਗਤ ਵਾਸਤੇ ਵੀ ਦਰਵਾਜ਼ੇ ਬੰਦ ਸਨ। ਕਬੀਰ ਸਾਹਿਬ ਤੇ ਅਨੇਕਾਂ ਤਰ੍ਹਾਂ ਦੇ ਦਾਗ ਦੋਸ਼ ਲੱਗੇ ਨੇ। ਅੰਦਰ ਦਾ ਟਿਕਾਓ ਇਤਨਾ ਪ੍ਰਬਲ ਸੀ ਕਿ ਭਾਈ ਤਾਰੂ ਸਿੰਘ ਦੀ ਖੋਪਰੀ ਲਾਹੀ ਜਾਂਦੇ ਨੇ, ਫਿਰ ਵੀ ਭਾਈ ਤਾਰੂ ਸਿੰਘ ਜੀ ਬਿਲਕੁਲ ਅਡੋਲ ਬੈਠੇ। ਗੱਲ ਸਿਰਫ ਬਾਹਰੀ ਤਾਕਤ ਦੀ ਨਹੀਂ ਹੈ, ਗੱਲ ਅੰਦਰ ਦੀ ਤਾਕਤ ਦੀ ਹੈ। ਮਨੁੱਖ ਦੇ ਕੋਲ ਅੰਦਰੂਨੀ ਕਿੰਨੀ ਕੁ ਤਾਕਤ ਹੈ। ਭਾਵੇਂ ਬੰਦ ਕੱਟਿਆ ਜਾਵੇ ਫਿਰ ਵੀ ਕੋਈ ਦੁੱਖ ਨਹੀਂ। ਸਰੀਰ ਦੇ ਉੱਪਰ ਆਰਾ ਚੱਲੇ ਕੋਈ ਦੁੱਖ ਨਹੀਂ। ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ, ਉਹਨਾਂ ਦੇ ਹਾਰ ਪਵਾ ਕੇ, ਬਣਾ ਕੇ ਆਪਣੇ ਗਲਾਂ ਦੇ ਵਿੱਚ ਪਵਾ ਲਏ ਮੀਰ ਮੰਨੂ ਦੀ ਜੇਲ੍ਹ ਦੇ ਅੰਦਰ ਮਾਤਾਵਾਂ ਨੇ, ਕੋਈ ਦੁੱਖ ਨਹੀਂ। ਰੌਸ਼ਨ ਸਿੰਘ ਨੇ ਇੱਕ ਡੰਡੇ ਦੇ ਨਾਲ ਸ਼ੇਰ ਦਾ ਸ਼ਿਕਾਰ ਕਰਕੇ ਉਹਨੂੰ ਪੈਰਾਂ ਤੋਂ ਬੰਨ੍ਹ ਕੇ, ਰੱਸੇ ਦੇ ਨਾਲ ਬੰਨ੍ਹ ਕੇ ਤੇ ਘੜੀਸ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ, ਬਹਾਦਰ ਸ਼ਾਹ ਦੇ ਕੋਲ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਕੋਲ ਲਿਆ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਸਾਰੀਆਂ ਸੰਗਤਾਂ ਗੁਰੂ ਦੇ ਹੁਕਮ ਨੂੰ ਮੰਨਦੇ ਹੋਏ ਨਿਤਨੇਮ ਕਰਮ ਅਨੁਸਾਰ ਅਕਾਲ ਪੁਰਖ ਦੇ ਚਰਨਾਂ ਵਿੱਚ ਪਹੁੰਚਦੇ ਹਾਂ। ਕਿ ਮਨੁੱਖ ਦੀ ਜਿਹੜੀ ਸੁਰਤ ਹੈ, ਮਨ ਹੈ, ਇਹ ਗੁਰੂ ਦੇ ਚਰਨਾਂ ਵਿੱਚ ਟਿਕ ਜਾਵੇ। ਬਹੁਤੇ ਸਰੀਰ ਪਰਮਾਤਮਾ ਦੇ ਚਰਨਾਂ ਵਿੱਚ ਟਿਕ ਬੈਠਦੇ ਨੇ, ਬਹੁਤੇ ਮਨ ਸਰੀਰ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਬਿਠਾ ਕੇ ਆਪ ਕਿਸੇ ਹੋਰ ਜਗ੍ਹਾ 'ਤੇ ਉਹਨਾਂ ਦੀ ਯਾਤਰਾ, ਮਨ ਦੀ ਯਾਤਰਾ ਨਿਰੰਤਰ ਚੱਲਦੀ ਰਹਿੰਦੀ ਹੈ। ਮਨ ਦੇ ਟਿਕਾਓ ਵਾਸਤੇ ਹੀ ਪਰਮਾਤਮਾ ਦੇ ਦਰ ਘਰ ਦੇ ਵਿੱਚ ਪਹੁੰਚ ਕੇ ਸੇਵਾ ਸਿਮਰਨ ਬੰਦਗੀ ਕੀਤੀ ਜਾਂਦੀ ਹੈ। ਜਿਸ ਦਿਨ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਟਿਕ ਗਿਆ, ਉਸੇ ਦਿਨ ਤੋਂ ਮਨੁੱਖ ਸਰੀਰ ਭਾਵੇਂ ਇਹਦੇ ਕੋਲ ਮਨੁੱਖਾਂ ਵਾਲਾ ਹੈ, ਆਤਮਿਕ ਲੈਵਲ 'ਤੇ, ਮਨ ਦੇ ਲੈਵਲ 'ਤੇ ਇਹ ਦੇਵਤਿਆਂ ਦਾ ਰੂਪ, ਪਰਮਾਤਮਾ ਦਾ ਰੂਪ ਹੀ ਬਣ ਜਾਂਦਾ ਹੈ। ਗੁਰਬਾਣੀ ਮਨੁੱਖ ਦੇ ਸੰਸਕਾਰ ਬਦਲਦੀ ਹੈ। ਗੁਰਬਾਣੀ ਮਨੁੱਖ ਦੇ ਕਰਮਾਂ ਨੂੰ ਬਦਲਦੀ ਹੈ। ਮਨੁੱਖ ਦਾ ਸੁਭਾਅ ਕਿਸੇ ਤੋਂ ਨਹੀਂ ਬਦਲਿਆ ਜਾਂਦਾ। ਕਰਮ ਬਦਲ ਜਾਣ, ਮਨੁੱਖ ਦੇ ਸੰਸਕਾਰ ਬਦਲ ਜਾਣ, ਇਸ ਕਰਮ ਵਾਸਤੇ ਹੀ ਮਨੁੱਖ ਸਾਰੀ ਜ਼ਿੰਦਗੀ ਪਰਮਾਤਮਾ ਦੇ ਚਰਨਾਂ ਦੇ ਨਾਲ
ਜੁੜ ਕੇ ਬੈਠ ਕੇ ਯਤਨ ਕਰਦਾ ਹੈ ਕਿ ਇਹ ਪਰਮਾਤਮਾ ਆਪ ਜੀ ਕਿਰਪਾ ਕਰਿਓ ਕਿ ਜਿਹੜਾ ਇਹ ਸੁਚੱਜਾ ਜੀਵਨ ਆਪ ਜੀ ਨੇ ਬਖਸ਼ਿਆ ਹੈ, ਇਹ ਸੁਚੱਜਾ ਜੀਵਨ ਸੰਸਾਰ ਦੀ ਜਿਹੜੀ ਯਾਤਰਾ ਕਰਨ ਵਾਸਤੇ ਆਇਆ, ਇਹ ਯਾਤਰਾ ਜਿਹੜੀ ਹੈ ਸੰਪੂਰਨ ਹੋਵੇ। ਇਸ ਤੋਂ ਪਹਿਲਾਂ ਕਿ ਸਰੀਰ ਆਪਣੇ ਘਰ ਦੇ ਵਿੱਚ ਪਹੁੰਚੇ, ਮਨ ਤੁਹਾਡੇ ਪਰਮਾਤਮਾ ਚਰਨਾਂ ਤੱਕ ਪਹੁੰਚ ਜਾਣਾ ਚਾਹੀਦਾ ਹੈ, ਕਿਉਂਕਿ ਮਨੁੱਖ ਦੇ ਦੋ ਤਰ੍ਹਾਂ ਦਾ ਜੀਵਨ ਹੈ, ਲੋਕ ਅਤੇ ਪਰਲੋਕ ਦਾ। ਪਰਲੋਕ ਦੇ ਜੀਵਨ ਅੰਦਰ ਮਨੁੱਖ ਦੇ ਮਨ ਸਥਿਤੀ ਨਾ ਠੀਕ ਹੋਵੇ ਤੇ ਦੁਨੀਆ ਦੇ ਸਾਰੇ ਪਦਾਰਥ ਉਸ ਨੂੰ ਫਿੱਕੇ ਲੱਗਦੇ ਨੇ, ਕੁਟੁੰਬ ਦੇ ਨਾਲ ਬਹੁਤੀ ਗੱਲਬਾਤ ਨਹੀਂ ਕਰਦਾ। ਜਿਹੜੇ ਘਰ ਮਕਾਨ ਬੜੇ ਸੁਚੱਜੇ ਢੰਗ ਨਾਲ ਪਾਏ ਹੁੰਦੇ ਨੇ, ਉਹਨਾਂ ਮਕਾਨਾਂ ਦੇ ਵਿੱਚ ਰਹਿ ਕੇ, ਪਰਿਵਾਰ ਦੇ ਵਿੱਚ ਰਹਿ ਕੇ, ਬਹੁਤੇ ਧਨ ਦੇ ਵਿੱਚ ਰਹਿ ਕੇ, ਅਨੇਕਾਂ ਤਰ੍ਹਾਂ ਦੇ ਪਦਾਰਥਾਂ ਦੇ ਵਿੱਚ ਰਹਿ ਕੇ ਵੀ ਮਨੁੱਖ ਅਤੇ ਅੰਤ ਦੁਖੀ ਰਹਿੰਦਾ ਹੈ। ਸੁਖੀ ਹੋਣ ਦਾ ਤੇ ਕਾਰਨ ਇੱਕੋ ਹੀ ਹੈ, ਕਿਉਂਕਿ ਮਨੁੱਖ ਸੁੱਖ ਦੀ ਭਾਲ ਦੇ ਵਿੱਚ ਹੈ, ਔਰ ਸੁੱਖ ਵੀ ਐਸਾ ਲੱਭ ਰਿਹਾ ਹੈ ਜਿਹੜੇ ਸੁੱਖ ਦੇ ਵਿੱਚ ਕੋਈ ਦੁੱਖ ਨਾ ਹੋਵੇ। ਪਰ ਐਸਾ ਕੋਈ ਵੀ ਸੁੱਖ ਨਹੀਂ ਹੈ ਜਿਹੜਾ ਦੁੱਖ ਦੇ ਵਿੱਚ ਨਾ ਬਦਲੇ, ਐਸਾ ਕੋਈ ਵੀ ਦੁੱਖ ਨਹੀਂ ਹੈ ਜਿਹੜਾ ਸੁੱਖ ਦੇ ਵਿੱਚ ਨਾ ਬਦਲੇ। ਤੋ ਮਨੁੱਖ ਨੂੰ ਪਹੁੰਚਣਾ ਚਾਹੀਦਾ ਹੈ ਆਨੰਦ ਵਾਲੀ ਵਸਤੂ ਦੇ ਵਿੱਚ। ਜਦ ਇਹ ਆਨੰਦ ਦੇ ਵਿੱਚ ਚਲਿਆ ਜਾਂਦਾ ਤੇ ਸੁੱਖ ਅਤੇ ਦੁੱਖ ਤੋਂ ਇਹ ਬਹੁਤ ਉੱਪਰ ਲੰਘ ਜਾਂਦਾ ਹੈ, ਉੱਪਰ ਦੀ ਅਵਸਥਾ ਹੈ। ਜਿਹੜੀ ਬਾਹਰ ਦੀ ਜੀਵਨ ਯਾਤਰਾ ਹੈ, ਜਿਹਨੂੰ ਪਰਸਥਿਤੀ ਕਹਿੰਦੇ ਨੇ, ਇਹ ਪਰਸਥਿਤੀ ਬਹੁਤੇ ਭਗਤਾਂ ਦੀ ਵੀ ਠੀਕ ਨਹੀਂ ਸੀ। ਰਵਿਦਾਸ ਭਗਤ ਵਾਸਤੇ ਵੀ ਦਰਵਾਜ਼ੇ ਬੰਦ ਸਨ। ਕਬੀਰ ਸਾਹਿਬ 'ਤੇ ਅਨੇਕਾਂ ਤਰ੍ਹਾਂ ਦੇ ਦਾਗ ਦੋਸ਼ ਲੱਗੇ ਨੇ। ਹੋਰ ਮਹਾਬਲੀ ਯੋਧਿਆਂ ਦੀਆਂ ਗਥਾਵਾਂ, ਬਾਹਰ ਦੀ ਪਰਿਸਥਿਤੀ ਕਿਸੇ ਦੀ ਠੀਕ ਨਹੀਂ ਸੀ, ਪਰ ਜਿਹੜਾ ਅੰਦਰ ਦਾ ਟਿਕਾਊ ਸੀ ਇਹ ਬੜਾ ਪ੍ਰਬਲ ਸੀ। ਅੰਦਰ ਦਾ ਟਿਕਾਊ ਇਤਨਾ ਪ੍ਰਬਲ ਸੀ ਕਿ ਭਾਈ ਤਾਰੂ ਸਿੰਘ ਦੀ ਖੋਪਰੀ ਲਾਹੀ ਜਾਂਦੇ ਨੇ, ਫਿਰ ਵੀ ਭਾਈ ਤਾਰੂ ਸਿੰਘ ਜੀ ਬਿਲਕੁਲ ਅਡੋਲ ਬੈਠੇ ਨੇ। ਮਨੁੱਖ ਦੇ ਸਿਰ ਦਾ ਇੱਕੋ ਵਾਲ ਖਿੱਚਿਆ ਜਾਵੇ ਤੇ ਬੜਾ ਦੁੱਖ ਲੱਗਦਾ ਹੈ, ਪਰ ਪੂਰੀ ਦੀ ਪੂਰੀ ਖੋਪਰੀ ਲਾ ਰਹੇ ਨੇ, ਫਿਰ ਵੀ ਦੁੱਖ ਕੋਈ ਨਹੀਂ, ਕਿਉਂਕਿ ਜਿਹੜਾ ਅੰਦਰ ਦਾ ਜੀਵਨ ਸੀ ਉਹ ਬੜਾ ਪ੍ਰਬਲ ਮਹਾਬਲੀ ਜੀਵਨ ਸੀ। ਔਰ ਅੰਦਰ ਦਾ ਬਾਹਰ ਦੀ ਪਰਿਸਥਿਤੀ ਦਾ ਕੀ ਹੈ, ਕੋਈ ਵੀ ਵਸਤੂ ਮਨੁੱਖ ਦੇ ਬਾਹਰ ਹੱਥ ਲੱਗੀ ਹੈ ਉਹ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਰਹਿੰਦੀ। ਔਰ ਜਿਹੜੀ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਬੰਦਗੀ ਕਰ ਲਿਆ ਆਪਣੇ ਮਨ ਕਰਕੇ, ਇਹ ਮਨੁੱਖ ਦਾ ਕੋਈ ਖੋਹ ਨਹੀਂ ਸਕਦਾ। ਬੱਚੇ ਦੇ ਹੱਥ ਦੇ ਵਿੱਚੋਂ ਕਿਤਾਬ ਨੂੰ ਫੜ ਕੇ ਸੁੱਟਿਆ ਜਾ ਸਕਦਾ ਹੈ, ਬੱਚੇ ਨੂੰ ਕਿਤਾਬ ਪੜ੍ਹਨ ਤੋਂ ਰੋਕਿਆ ਜਾ ਸਕਦਾ ਹੈ, ਪਰ ਜਿਹੜੀ ਕਿਤਾਬ ਪੜ੍ਹ ਕੇ ਉਹਨੇ ਆਪਣੇ ਦਿਮਾਗ ਦੇ ਵਿੱਚ ਅਕਸ਼ਰ ਰੱਖ ਲਏ ਨੇ, ਉਹ ਕਿਸੇ ਤੋਂ ਨਹੀਂ ਖੋਹੇ ਜਾ ਸਕਦੇ। ਬਾਹਰ ਦੀ ਯਾਤਰਾ, ਅੰਦਰ ਦੀ ਯਾਤਰਾ। ਜਿੱਥੇ ਮਨੁੱਖ ਆਪਣੀ ਬਾਹਰ ਦੀ ਯਾਤਰਾ ਕਰਦਾ ਹੈ, ਸਤਿਗੁਰੂ ਮਹਾਰਾਜ ਜੀ ਉਸ ਨੂੰ ਅੰਦਰ ਦੀ ਯਾਤਰਾ ਕਰਵਾਉਂਦੇ ਨੇ ਕਿ ਅੰਦਰੋਂ ਤੋਂ ਮਹਾਬਲੀ ਹੋਵੇਂ, ਅੰਦਰੋਂ ਤੋਂ ਪੂਰਨ ਤੌਰ ਦੇ ਵਿੱਚ ਸੁਚੇਤ ਰਹੇ। ਜਿਹੜੇ ਮਨੁੱਖ ਦਾ ਆਤਮਿਕ ਬਲ ਹੈ, ਜਿਹੜੇ ਅੰਦਰੋਂ ਬਲਵਾਨ ਨੇ,
ਉਹਨਾਂ ਨੇ ਤੇ ਸਮਾਜ ਦੇ ਵਿੱਚ ਇੱਕ ਵੱਖਰੀ ਸਿਰਜਣਾ ਕੀਤੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਗਰੇ ਦੀ ਧਰਤੀ 'ਤੇ ਗਏ ਨੇ ਨਾ, ਆਗਰੇ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹਾਦਰ ਸ਼ਾਹ ਦੇ ਕੋਲ ਬੈਠੇ ਨੇ, ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀ। ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਸਿਫਤਾਂ ਕਰਦਾ ਹੈ ਅਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਮੈਂ ਤੇ ਤੁਹਾਡੇ ਇਹ ਵੀ ਕਿੱਸੇ ਸੁਣੇ ਨੇ ਕਿ ਤੁਸੀਂ ਜੰਗਲਾਂ ਦੇ ਵਿੱਚ ਸ਼ੇਰ ਦਾ ਸ਼ਿਕਾਰ ਵੀ ਕਰ ਲੈਂਦੇ ਹੋ। ਸ਼ੇਰ ਦਾ ਸ਼ਿਕਾਰ ਵੀ ਆਪ ਜੀ ਤੁਸੀਂ ਕਰ ਲੈਂਦੇ ਹੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਹਾਂ ਇਤਨੇ ਭਿਆਨਕ ਜਾਨਵਰ ਹੈ, ਉਸ ਦਾ ਵੀ ਆਪ ਜੀ ਸ਼ਿਕਾਰ ਕਰ ਲੈਂਦੇ ਹੋ। ਮੇਰੇ ਚੇਤੇ ਦੇ ਵਿੱਚ ਆਇਆ ਕਿ ਸਾਡੇ ਵੀ ਇੱਥੇ ਆਗਰੇ ਦੇ ਵਿੱਚ ਇੱਕ ਸ਼ੇਰ ਰਹਿੰਦਾ ਹੈ, ਤੁਸੀਂ ਜੇ ਕਿਰਪਾ ਕਰਦੇ ਹੋ, ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਸਿਵਾਏ ਤੁਹਾਥੋਂ ਬਗੈਰ ਕੋਈ ਹੋਰ ਉਸ ਸ਼ੇਰ ਨੂੰ ਮਾਰ ਨਹੀਂ ਸਕਦਾ, ਕਿਉਂਕਿ ਸ਼ੇਰ ਬਹੁਤ ਤਾਕਤਵਰ ਹੁੰਦਾ ਹੈ। ਸ਼ੇਰ ਨੂੰ ਹੋਰ ਕੋਈ ਮਾਰ ਨਹੀਂ ਸਕਦਾ। ਜੇ ਆਪ ਜੀ ਕਿਰਪਾ ਕਰਦੇ ਹੋ ਤੇ ਸਾਡਾ ਇਸ ਸ਼ੇਰ ਤੋਂ ਛੁਟਕਾਰਾ ਹੋ ਜਾਵੇ, ਵਰਨਾ ਇਸ ਆਗਰੇ ਦੇ ਜਿੰਨੇ ਰਹਿਣ ਵਾਲੇ ਵਸਨੀਕ ਲੋਕ ਨੇ, ਇਹ ਸਾਰੇ ਬੜੇ ਡਰ ਡਰ ਕੇ ਦਿਨ ਕੱਟਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੁੱਪ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਇੱਕ ਸਿੰਘ ਬੋਲ ਪਿਆ, ਉਸ ਦਾ ਨਾਮ ਰੌਸ਼ਨ ਸਿੰਘ ਸੀ। ਮਹਾਰਾਜ ਜੇ ਆਪ ਜੀ ਕਿਰਪਾ ਕਰਦੇ ਹੋ, ਇਹ ਕਾਰਜ ਤੁਸੀਂ ਮੈਨੂੰ ਬਖਸ਼ ਦਿਓ। ਜਦ ਇਹ ਗੱਲ ਰੌਸ਼ਨ ਸਿੰਘ ਨੇ ਕਹੀ ਤੇ ਬਹਾਦਰ ਸ਼ਾਹ ਕਹਿਣ ਲੱਗਿਆ, ਰੌਸ਼ਨ ਸਿੰਘ, ਸ਼ੇਰ ਦਾ ਸ਼ਿਕਾਰ ਕਰਨਾ ਕੋਈ ਆਮ ਗੱਲ ਨਹੀਂ ਹੈ। ਸਾਡੇ ਕੋਲ ਵੀ ਬਹੁਤੇ ਜੰਗ ਯੁੱਧ ਕਰਨ ਵਾਲੇ ਜਰਨੈਲ ਹੈਗੇ ਨੇ, ਪਰ ਉਹ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਸ਼ਿਕਾਰ ਕਰ ਸਕਦੇ ਨੇ। ਉਹ ਸਿੰਘ ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਇੱਕ ਵਾਰੀ ਆਗਿਆ ਦੇ ਦਿਓ ਇਹ ਕਾਰਜ ਕਰਨ ਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਠੀਕ ਹੈ, ਜੋ ਤੂੰ ਚਾਹੁੰਦਾ ਹੈ, ਚੱਲ ਤੂੰ ਸ਼ੇਰ ਦਾ ਹੁਣ ਸ਼ਿਕਾਰ ਕਰ ਲਿਆ। ਤੇ ਕਟਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਣ ਲੱਗੇ, ਕਹਿਣ ਲੱਗੇ ਨਹੀਂ ਲੈਣੀ ਮਹਾਰਾਜ, ਤੁਸੀਂ ਕਿਰਪਾ ਕਰ ਹੀ ਰੱਖਿਓ। ਤਲਵਾਰ ਦੇਣ ਲੱਗੇ, ਨਹੀਂ ਲੈਤੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਚੰਗਾ ਰੌਸ਼ਨ ਸਿੰਘ, ਜਿਹੜੀ ਤੇਰੇ ਆਪਣੀ ਕਿਰਪਾਨ ਪਾਈ ਹੈ, ਇਸ ਦੀ ਵਰਤੋਂ ਕਰ ਲਈ। ਬਹਾਦਰ ਸ਼ਾਹ ਕੋਲ ਬੈਠਾ ਦੰਗ ਰਹਿ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਕੋਈ ਆਮ ਜਾਨਵਰ ਦਾ ਸ਼ਿਕਾਰ ਕਰਨ ਵਾਸਤੇ ਨਹੀਂ ਜਾ ਰਿਹਾ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਸ ਤਲਵਾਰ ਕਿਰਪਾਨ ਦੀ ਵਰਤੋਂ ਕਰ ਲਈ। ਇਹ ਤੇ ਸ਼ੇਰ ਦਾ ਸ਼ਿਕਾਰ ਕਰਨ ਜਾ ਰਿਹਾ ਹੈ। ਰੌਸ਼ਨ ਲਾਲ ਉੱਠ ਕੇ ਮਹਾਰਾਜ ਨੂੰ ਬੇਨਤੀ ਕਰਦਾ, ਮਹਾਰਾਜ ਤਲਵਾਰਾਂ ਦੇ ਨਾਲ ਤੇ ਹਰ ਕੋਈ ਸ਼ਿਕਾਰ ਕਰਦੇ ਨੇ, ਪਰ ਆਪ ਜੀ ਸਿਰ 'ਤੇ ਮਿਹਰਾਂ ਦੇ ਹੱਥ ਰੱਖੋ। ਮੈਂ ਕੇਵਲ ਇੱਕ ਡੰਡੇ ਦੇ ਨਾਲ ਸ਼ੇਰ ਦਾ ਸ਼ਿਕਾਰ ਕਰਕੇ ਲਿਆਉਣਾ ਚਾਹੁੰਦਾ ਹੈ। ਬਹਾਦਰ ਸ਼ਾਹ ਉੱਠ ਕੇ ਖੜਾ ਹੋ ਗਿਆ।
ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਉਹ ਭਿਆਨਕ ਜਾਨਵਰ ਹੈ, ਡੰਡੇ ਦੇ ਨਾਲ ਇੱਕ ਸ਼ੇਰ ਦਾ ਸ਼ਿਕਾਰ ਕਿਵੇਂ ਹੋ ਜਾਊਗਾ, ਤੁਸੀਂ ਆਗਿਆ ਨਾ ਦਿਓ। ਕਿਉਂਕਿ ਬਹਾਦਰ ਸ਼ਾਹ ਸਿਰਫ ਦੇਖਦਾ ਸੀ ਮਨੁੱਖ ਦੇ ਬਾਹਰਲੇ ਬਲ ਨੂੰ, ਕਿੰਨਾ ਕੁ ਤਕੜਾ ਹੈ, ਕਿੰਨਾ ਕੁ ਉੱਚਾ ਲੰਬਾ ਹੈ, ਕਿੰਨਾ ਕਿਸ ਦਾ ਕੱਦ ਕਾਠ ਹੈ, ਕੀ ਕੁਛ ਹੈ, ਕੀ ਇਸ ਦੇ ਕੋਲ ਹਥਿਆਰ ਹੈ। ਕਿਉਂਕਿ ਦੁਨੀਆ 'ਤੇ ਸਿਰਫ ਉਹ ਚੀਜ਼ ਦੇਖਦੀ ਹੈ ਜੋ ਦੁਨੀਆ ਦੀਆਂ ਦੋਨੇ ਅੱਖਾਂ ਨੂੰ ਦਿਖਾਈ ਦਿੰਦਾ ਹੈ। ਗੁਰੂ ਉਹ ਦੇਖਦੇ ਨੇ ਜਿਹੜਾ ਦੁਨੀਆ ਦੀਆਂ ਦੋਨੇ ਅੱਖਾਂ ਨੂੰ ਦਿਖਾਈ ਨਹੀਂ ਦਿੰਦਾ। ਦੁਨੀਆ ਦੇਖਦੀ ਹੈ ਮਨੁੱਖ ਕਰਦਾ ਕੀ ਹੈ, ਗੁਰੂ ਦੇਖਦੇ ਨੇ ਮਨੁੱਖ ਸੋਚਦਾ ਕੀ ਹੈ। ਆਪ ਜੀ ਇਸ ਚੱਕਰ ਦੇ ਵਿੱਚ ਨਾ ਰਹਿਣਾ ਕਿ ਗੁਰੂ ਸ਼ਾਇਦ ਸਾਨੂੰ ਦੇਖਦਾ ਕਿ ਅਸੀਂ ਕਰਦੇ ਕੀ ਆ, ਸਾਡੀ ਕਿਰਤ ਕੀ ਹੈ, ਕਿੰਨੇ ਕੁ ਕਿਰਤ ਕਮਾਈ ਕਰਦੇ ਹਾਂ, ਕੀ ਕੁਛ ਕਰ ਰਹੇ ਹਾਂ। ਜਿੱਥੇ ਗੁਰੂ ਇਹ ਦੇਖਦਾ ਹੈ, ਨਾਲ ਗੁਰੂ ਇਹ ਵੀ ਦੇਖ ਰਿਹਾ ਹੈ ਕਿ ਅਸੀਂ ਸੋਚ ਕੀ ਰਹੇ ਹਾਂ, ਅਸੀਂ ਸੋਚਦੇ ਕੀ ਹਾਂ। ਜੇ ਸੋਚਿਆ ਕੁਛ ਹੋਰ ਹੈ, ਕੀਤਾ ਕੁਛ ਹੋਰ ਹੈ। ਸੋਚ ਕੁਛ ਹੋਰ ਰਿਹਾ, ਕਰ ਕੁਛ ਹੋਰ ਰਿਹਾ, ਅੰਦਰ ਦੀ ਗੱਲ ਕੁਛ ਹੋਰ ਹੈ, ਤੇਰੀ ਜ਼ਬਾਨ ਦੀ ਗੱਲ ਕੁਛ ਹੋਰ ਹੈ, ਤੂੰ ਗੁਰੂ ਦੇ ਨਾਲ, ਗੁਰੂ ਦੇ ਚਰਨਾਂ ਨਾਲ ਤੇਰੀ ਬਹੁਤੀ ਪਕੜ ਨਹੀਂ ਵੱਜਣੀ। ਖੰਡਤ ਜੀਵਨ ਹੈ, ਜਿਸ ਨੂੰ ਕਹਿੰਦੇ ਨੇ ਪਾਖੰਡ, ਪਾਖੰਡ, ਖੰਡਤ ਜੀਵਨ। ਦੋ ਧਿਰਾਂ ਦੇ ਵਿੱਚ ਇੱਕੋ ਜੀਵਨ ਹੈ, ਦੋ ਜਗ੍ਹਾ 'ਤੇ ਹੈ, ਖੰਡਤ ਪਾਖੰਡ। ਗੁਰੂ ਸਾਹਿਬ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਨ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਖੰਡਤ ਜੀਵਨ ਗੁਰੂ ਦੇ ਸਿੰਘ ਨੇ ਨਹੀਂ ਰੱਖਣਾ। ਦੇਖ ਕੁਛ ਹੋਰ ਰਿਹਾ, ਅੰਦਰ ਸੋਚ ਕੁਛ ਹੋਰ ਰਿਹਾ, ਇਹਨੂੰ ਖੰਡਤ ਜੀਵਨ ਕਹਿੰਦੇ ਨੇ। ਬਹਾਦਰ ਸ਼ਾਹ ਕਹਿਣ ਲੱਗਿਆ, ਮਹਾਰਾਜ ਇਸ ਦਾ ਇੰਨਾ ਤਕੜਾ ਸਰੀਰ ਹੈ ਨਹੀਂ ਜਿੰਨਾ ਇਸ ਨੂੰ ਤੁਸੀਂ ਆਪ ਜੀ ਭੇਜ ਰਹੇ ਹੋ ਸ਼ਿਕਾਰ ਕਰਨ ਵਾਸਤੇ। ਉਹ ਸ਼ੇਰ ਹੈ, ਕੋਈ ਜੰਗਲ ਦਾ ਆਮ ਜਾਨਵਰ ਨਹੀਂ ਹੈ ਜਿਹਦਾ ਸ਼ਿਕਾਰ ਕਰ ਲਿਆਵੇਗਾ। ਬਹਾਦਰ ਸ਼ਾਹ ਨੂੰ ਕਹਿਣ ਲੱਗੇ, ਬਹਾਦਰ ਸ਼ਾਹ ਤੂੰ ਤੇ ਸਿਰਫ ਇਹ ਦੇਖ ਰਿਹਾ ਹੈ ਕਿ ਇਹਦਾ ਸਰੀਰ ਕਿੰਨਾ ਕੁ ਤਕੜਾ ਹੈ, ਕਿੰਨਾ ਕੁ ਕੱਦ ਕਾਠ ਹੈ, ਪਰ ਅਸੀਂ ਦੇਖ ਰਹੇ ਹਾਂ ਕਿ ਇਸ ਸਿੰਘ ਦਾ ਆਤਮਕ ਬਲ ਕਿੰਨਾ ਕੁ ਤਕੜਾ ਹੈ, ਆਤਮਕ ਬਲ ਕਿੰਨਾ ਕੁ ਤਕੜਾ ਹੈ। ਗੱਲ ਸਿਰਫ ਬਾਹਰੀ ਤਾਕਤ ਦੀ ਨਹੀਂ ਹੈ, ਗੱਲ ਅੰਦਰ ਦੀ ਤਾਕਤ ਦੀ ਹੈ। ਮਨੁੱਖ ਦੇ ਕੋਲ ਅੰਦਰੂਨੀ ਕਿੰਨੀ ਕੁ ਤਾਕਤ ਹੈ। ਬਾਹਰੀ ਜਿਹੜੀ ਤਾਕਤ ਹੈ ਮਨੁੱਖ ਦੇ ਕੋਲ, ਇੱਕ ਦੁੱਖ ਆਇਆ ਤੇ ਸਾਰੀ ਤਾਕਤ ਖਤਮ ਹੋ ਜਾਂਦੀ ਹੈ ਬੰਦੇ ਦੀ। ਬਹੁਤਾ ਧਨ ਹੋਵੇ, ਬਹੁਤਾ ਵੱਡਾ ਪਰਿਵਾਰ ਹੋਵੇ, ਵੱਡੇ ਵੱਡੇ ਬੰਗਲੇ ਹੋਣ, ਮੋਟਰ ਗੱਡੀਆਂ ਕਾਰਾਂ ਹੋਵੇ, ਬੜਾ ਕੁਛ ਹੋਵੇ, ਪਰ ਜੇ ਸਰੀਰ ਨੂੰ ਇੱਕ ਰੋਗ ਲੱਗ ਜੇ ਸਾਰਾ ਕੁਛ ਫਿੱਕਾ ਪੈ ਜਾਂਦਾ ਹੈ, ਕੁਛ ਵੀ ਚੰਗਾ ਨਹੀਂ ਲੱਗਦਾ। ਇੱਕ ਦੁੱਖ ਬਾਹਰ ਦੇ ਸਾਰੇ ਸੁੱਖਾਂ ਨੂੰ ਦੁੱਖਾਂ ਦੇ ਵਿੱਚ ਤਬਦੀਲ ਕਰਕੇ ਰੱਖ ਦਿੰਦਾ ਹੈ। ਸੁੱਖ ਤੇ ਬੜੇ ਸਨ, ਪਰ ਕਰੀਏ ਕੀ, ਰੋਗ ਲੱਗ ਗਿਆ। ਬੜੇ ਬਾਹਰੀ ਤਾਕਤ ਦੇ ਨਹੀਂ, ਆਤਮਕ ਬਲ ਵੀ ਮਨੁੱਖ ਦੇ ਕੋਲ ਹੋਣਾ ਚਾਹੀਦਾ। ਆਤਮਕ ਬਲ ਦੇ ਨਾਲ ਇਹ ਵਸਤੂਆਂ ਮਿਲਦੀਆਂ ਨੇ ਕਿ ਭਾਵੇਂ ਬੰਦ ਕੱਟਿਆ ਜਾਵੇ ਫਿਰ ਵੀ ਕੋਈ ਦੁੱਖ ਨਹੀਂ ਹੈ। ਸਰੀਰ ਦੇ ਉੱਪਰ ਆਰਾ ਚੱਲੇ ਕੋਈ ਦੁੱਖ ਨਹੀਂ ਹੈ। ਆਪਣੇ ਬੱਚਿਆਂ ਦੇ
ਟੁਕੜੇ ਕਰਵਾ ਕੇ ਉਹਨਾਂ ਦੇ ਹਾਰ ਪਵਾ ਕੇ ਬਣਾ ਕੇ ਆਪਣੇ ਗਲਾਂ ਦੇ ਵਿੱਚ ਪਵਾ ਲਏ। ਮੀਰ ਮੰਦੂ ਦੀ ਜੇਲ੍ਹ ਦੇ ਅੰਦਰ ਮਾਤਾਵਾਂ ਨੇ, ਕੋਈ ਦੁੱਖ ਨਹੀਂ ਹੈ। ਆਤਮਕ ਬਲ ਹੈ, ਔਰ ਇਹ ਆਤਮਕ ਬਲ ਜਿਹੜੀ ਅੰਦਰ ਦੀ ਸ਼ਕਤੀ ਹੈ, ਇਹ ਮਨੁੱਖ ਦੇ ਕੋਲ ਕਦੋਂ ਪੈਦਾ ਹੁੰਦੀ ਹੈ? ਜਦੋਂ ਮਨੁੱਖ ਸਿਮਰਨ ਅਤੇ ਬੰਦਗੀ ਦੇ ਵਿੱਚ ਜੁੜਦਾ ਹੈ। ਵਰਨਾ ਤੇ ਇਹਨੂੰ ਥੋੜ੍ਹੀ ਜਿਹੀ ਚੇਟਕ ਕੀ ਲੱਗਦੀ ਹੈ, ਮਨੁੱਖ ਦਾ ਸਾਰੇ ਦਾ ਸਾਰਾ ਸਰੀਰ, ਸਾਰਾ ਜੀਵਨ ਭਟਕ ਉੱਠਦਾ ਹੈ, ਭਟਕਦਾ ਹੈ। ਤੋ ਜਦ ਥੋੜ੍ਹੀ ਜਿਹੀ ਗੱਲ ਸੁਣ ਕੇ, ਥੋੜ੍ਹਾ ਜਿਹਾ ਦੁੱਖ ਦੇਖ ਕੇ ਮਨੁੱਖ ਦਾ ਸਰੀਰ ਬਹੁਤਾ ਭਟਕ ਰਿਹਾ ਹੈ, ਤਾਂ ਇਹਦੇ ਕੋਲ ਆਤਮਕ ਬਲ ਨਹੀਂ ਹੈ। ਅੰਦਰੂਨੀ ਬਲ, ਅੰਦਰੂਨੀ ਸ਼ਕਤੀ ਇਹਦੇ ਕੋਲ ਨਹੀਂ ਹੈ। ਉਸ ਦੀ ਪੈਦਾਇਸ਼ ਹੋਣੀ ਸੀ ਸਿਮਰਨ ਅਤੇ ਬੰਦਗੀ ਦੇ ਨਾਲ। ਸਿਮਰਨ ਬੰਦਗੀ ਨੂੰ ਇੱਕ ਪਾਸੇ ਮਨੁੱਖ ਨੇ ਕਰ ਦਿੱਤਾ। ਇਹ ਕੇਵਲ ਆਪਣੀ ਤਾਕਤ ਦੇ ਨਾਲ ਸੁੱਖ ਲੱਭਣ ਦੇ ਯਤਨ ਕਰਦਾ ਹੈ। ਪਰ ਜਿਹੜੇ ਸੁੱਖ ਇਹ ਸੰਸਾਰ ਦੇ ਵਿੱਚੋਂ ਲੱਭ ਰਿਹਾ ਹੈ, ਇਹ ਸੁੱਖ ਦੁੱਖਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਸਮਾਂ ਪਾ ਕੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਬਹਾਦਰ ਸ਼ਾਹ, ਤੂੰ ਇਹਦੇ ਬਾਹਰ ਦੇ ਸਰੀਰ ਦੀ ਤਾਕਤ ਦੀ ਗੱਲ ਕਰਦਾ ਪਿਆ, ਅਸੀਂ ਇਹਦੇ ਅੰਦਰ ਦੀ ਤਾਕਤ ਦੀ ਗੱਲ ਕਰਦੇ ਹਾਂ। ਠੀਕ ਹੈ ਰੌਸ਼ਨ ਸਿੰਘ, ਜਿਵੇਂ ਤੇਰੀ ਇੱਛਾ ਹੈ ਤੂੰ ਉਵੇਂ ਹੀ ਸ਼ੇਰ ਦਾ ਸ਼ਿਕਾਰ ਕਰ ਲਿਆ। ਜੰਗਲ ਦੇ ਵਿੱਚ ਗਿਆ, ਸ਼ੇਰ ਦੇ ਨਾਲ ਸਾਹਮਣੇ ਟਾਕਰਾ ਹੋਇਆ। ਆਗਿਆ ਲੈਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ। ਰੌਸ਼ਨ ਸਿੰਘ ਨੇ ਇੱਕ ਡੰਡੇ ਦੇ ਨਾਲ ਸ਼ੇਰ ਦਾ ਸ਼ਿਕਾਰ ਕਰਕੇ ਉਹਨੂੰ ਪੈਰਾਂ ਤੋਂ ਬੰਨ੍ਹ ਕੇ, ਰੱਸੇ ਦੇ ਨਾਲ ਬੰਨ੍ਹ ਕੇ ਤੇ ਘੜੀਸ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ, ਬਹਾਦਰ ਸ਼ਾਹ ਦੇ ਕੋਲ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਕੋਲ ਲਿਆਇਆ। ਬਹਾਦਰ ਸ਼ਾਹ ਦੇਖ ਕੇ ਦੰਗ ਰਹਿ ਗਿਆ। ਕਮਾਲ ਦੀ ਗੱਲ ਹੈ ਕਿ ਅਸੀਂ ਤੇ ਸੋਚਦੇ ਸੀ ਕਿ ਬਹੁਤ ਵੱਡੀ ਫੌਜ ਹਥਿਆਰਾਂ ਦੇ ਨਾਲ ਲੈਸ ਕਰਕੇ ਭੇਜਣੀ ਪਵੇਗੀ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ, ਪਰ ਇਹ ਤੇ ਕਮਾਲ ਹੋ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਇੱਕ ਡੰਡੇ ਦੇ ਨਾਲ ਸ਼ੇਰ ਦਾ ਸ਼ਿਕਾਰ ਕਰਕੇ ਲੈ ਕੇ ਆ ਗਿਆ। ਉੱਥੇ ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਸੀਹਤ ਦਿੱਤੀ ਸੀ, ਬਹਾਦਰ ਸ਼ਾਹ, ਇੱਕ ਮਨੁੱਖ ਦੇ ਕੋਲ ਅੰਦਰ ਦੀ ਤਾਕਤ ਹੁੰਦੀ ਹੈ, ਇੱਕ ਮਨੁੱਖ ਦੇ ਕੋਲ ਬਾਹਰ ਦੀ ਤਾਕਤ ਹੁੰਦੀ ਹੈ। ਇੱਕ ਮਨੁੱਖ ਬਾਹਰੋਂ ਬੜਾ ਸੁਚੇਤ ਹੁੰਦਾ ਹੈ, ਇੱਕ ਮਨੁੱਖ ਅੰਦਰੋਂ ਬੜਾ ਸੁਚੇਤ ਹੁੰਦਾ ਹੈ। ਤੋ ਜਿੱਥੇ ਬਹਾਦਰ ਸ਼ਾਹ ਬਾਹਰਲਾ ਜੀਵਨ ਮਨੁੱਖ ਦਾ ਇਤਨਾ ਸੁਚੱਜੇ ਢੰਗ ਦੇ ਨਾਲ ਮਨੁੱਖ ਜੀਵਨ ਬਤੀਤ ਕਰਨ ਦੇ ਯਤਨ ਕਰਦਾ ਹੈ, ਤਾਂ ਉੱਥੇ ਮਨੁੱਖ ਨੂੰ ਆਪਣੇ ਅੰਦਰ ਦਾ ਜੀਵਨ ਵੀ ਸਵਾਰਨਾ ਚਾਹੀਦਾ ਹੈ, ਤਾਂ ਕਿ ਇਹਦੇ ਕੋਲ ਆਤਮਕ ਬਲ ਆ ਜਾਵੇ। ਅੰਦਰੂਨੀ ਜੀਵਨ, ਅੰਦਰ ਦਾ ਬਲ। ਗੁਰਬਾਣੀ ਵਾਰੀ ਮਨੁੱਖ ਨੂੰ ਆਵਾਜ਼ਾਂ ਮਾਰਦੀ ਹੈ, ਐ ਸੱਜਣਾ, ਬਾਹਰ ਦੀ ਤਾਕਤ ਜਿੰਨੀ ਤੇਰੇ ਕੋਲ ਹੈ, ਇਸ ਦੀ ਸਾਂਭ ਸੰਭਾਲ ਕਰ। ਸਿਮਰਨ ਬੰਦਗੀ ਕਰਨ ਵਾਸਤੇ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਆਪਣੇ ਸਰੀਰ ਨੂੰ ਬਹੁਤੇ ਕਸ਼ਟ ਨਾ ਦੇਵੀਂ, ਆਪਣੇ ਸਰੀਰ ਨੂੰ ਬਹੁਤੇ ਦੁੱਖ ਨਾ ਦੇਵੀਂ। ਆਪਣੇ ਸਰੀਰ ਨੂੰ ਬਹੁਤੇ ਕਸ਼ਟ ਨਾ ਦੇਵੀਂ, ਦੁੱਖ ਨਾ ਦੇਵੀਂ। ਇਸ ਦੀ ਜੋ ਪਰਮਾਤਮਾ ਵੱਲੋਂ ਤੈਨੂੰ ਮਿਲਿਆ, ਇਸ ਦੀ ਬੜੇ ਸੁਚੱਜੇ ਢੰਗ ਦੇ ਨਾਲ ਸਾਂਭ ਸੰਭਾਲ ਕਰਨੀ ਹੈ। ਬੜੇ ਸੁਚੱਜੇ ਢੰਗ ਦੇ ਨਾਲ ਇਸ ਦੀ ਸਾਂਭ ਸੰਭਾਲ ਕਰ। ਤੋ ਜਿੱਥੇ ਬਾਹਰੀ ਜੀਵਨ ਤੇਰਾ ਆਪਣਾ ਤਾਕਤਵਰ ਬਣਾਉਣਾ ਚਾਹੁੰਦਾ, ਉੱਥੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੇ ਅੰਦਰੂਨੀ ਜੀਵਨ ਦੇ ਕੋਲ ਵੀ ਬਲ ਹੋਵੇ, ਤਾਕਤ ਹੋਵੇ। ਜਿਹੜੀ ਤਾਕਤ ਤੈਨੂੰ ਅਕਾਲ ਪੁਰਖ ਮਹਾਰਾਜੀਆਂ ਤੱਕ ਅਪੜਾ ਦੇਵੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿਣ ਲੱਗੇ, ਬਹਾਦਰ ਸ਼ਾਹ, ਬਾਹਰੀ ਨਹੀਂ, ਇਸ ਦੇ ਕੋਲ, ਰੌਸ਼ਨ ਸਿੰਘ ਦੇ ਕੋਲ ਅੰਦਰੂਨੀ ਤਾਕਤ ਬਹੁਤ ਹੈ। ਸਿਮਰਨ ਅਤੇ ਬੰਦਗੀ ਦੇ ਨਾਲ ਮਨੁੱਖ ਦੇ ਅੰਦਰ ਦੀ ਤਾਕਤ
ਅੰਦਰ ਦੀ ਸ਼ਕਤੀ ਹੈ ਜਿਹੜੀ ਉਹ ਹਮੇਸ਼ਾ ਜਾਗਦੀ ਰਹਿੰਦੀ ਹੈ। ਵਰਨਾ ਮਨੁੱਖ ਬਾਹਰੋਂ ਬੜੇ ਸੁਚੱਜੇ ਢੰਗ ਦੇ ਨਾਲ ਬਲਵਾਨ ਹੋਣਾ ਚਾਹੁੰਦਾ ਹੈ, ਤਾਕਤਵਰ ਹੋਣਾ ਚਾਹੁੰਦਾ ਹੈ, ਔਰ ਆਪਣੀ ਤਾਕਤ ਦੀ ਅਜਮਾਇਸ਼ ਵੀ ਇਹ ਸਮਾਜ ਵਿੱਚ ਕਰਦਾ ਰਹਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਮਨੁੱਖ ਨੂੰ ਇਹ ਪ੍ਰੇਰਿਤ ਕਰਦੀ ਹੈ ਕਿ ਜਿੱਥੇ ਤੂੰ ਇਹ ਦੁਨੀਆ ਦੇ ਵਿੱਚ ਲੋਕ ਸੁਹੇਲੇ ਕਰੀ ਬੈਠਾ ਉੱਥੇ ਪਰਲੋਕ ਸੁਹੇਲੇ ਵੀ ਕਰ। ਜਿਤਨਾ ਕੁਝ ਦੁਨੀਆ ਦੇ ਵਿੱਚ ਤੇਰੇ ਕੋਲੇ ਸੁੱਖ ਨੇ, ਅਨੇਕਾਂ ਤਰ੍ਹਾਂ ਦੇ ਵਸਤਰ ਪਾਉਣਾ, ਮਕਾਨ ਦੇ ਵਿੱਚ ਰਹਿਣਾ, ਤੇਰੇ ਕੋਲੇ ਕਰੋੜਾਂ ਤਰ੍ਹਾਂ ਦੇ ਸਾਧਨ ਨੇ, ਅਨੇਕਾਂ ਤਰ੍ਹਾਂ ਦੇ ਪਦਾਰਥ ਨੇ ਸਰੀਰ ਦੇ ਖਾਣ ਵਾਸਤੇ, ਇੰਨਾ ਕੁਝ ਸਮੱਗਰੀ ਹੋਣ ਦੇ ਬਾਵਜੂਦ ਤੇਰਾ ਸਰੀਰ ਹੈ ਜਿਹੜਾ ਇਹ ਬੜੇ ਸੁੱਖਾਂ ਦੇ ਨਾਲ ਰਹਿ ਰਿਹਾ ਹੈ। ਪਰ ਇਤਨੀ ਹੀ ਸਮੱਗਰੀ, ਇੱਕ ਸਮੱਗਰੀ ਉਹ ਵੀ ਇਕੱਠੀ ਕਰ ਜਿਹੜੀ ਤੇਰੇ ਅੰਦਰ ਦੀ ਸ਼ਕਤੀ ਹੈ ਜਿਹੜੀ ਉਹਨੂੰ, ਉਹ ਸ਼ਕਤੀ ਹੈ ਜਿਹੜੀ ਤੇਰੀ ਸਦਾ ਜਾਗਦੀ ਰਹੇ ਔਰ ਉਹ ਸ਼ਕਤੀ ਤੈਨੂੰ ਪਰਮਾਤਮਾ ਤੱਕ ਅਪੜਾ ਦੇਵੇਗੀ। ਉਸ ਨੂੰ ਅੰਦਰ ਦੀ ਦੁਨੀਆ ਨੂੰ ਕਹਿੰਦੇ ਨੇ ਪਰਲੋਕ। ਲੋਕ ਦੀ ਦੁਨੀਆ ਦੇ ਵਿੱਚ ਬਹੁਤ ਕੁਝ ਪਰਮਾਤਮਾ ਨੇ ਬਖਸ਼ਿਆ, ਬੜਾ ਕੁਝ ਬੰਦੇ ਨੇ ਆਪ ਪੈਦਾ ਕੀਤਾ ਹੋਇਆ ਹੈ, ਪਰ ਜਿਹੜੀ ਪਰਲੋਕ ਦੀ ਦੁਨੀਆ ਹੈ ਇਹ ਸੁਹੇਲੇ ਤਾਂ ਹੋਵੇਗੀ ਜੇ ਮਨੁੱਖ ਸਿਮਰਨ ਅਤੇ ਬੰਦਗੀ ਕਰੇਗਾ। ਸਿਮਰਨ ਅਤੇ ਬੰਦਗੀ ਤੋਂ ਮਨੁੱਖ ਬੜਾ ਲਾਂਭੇ ਹੋ ਚੁੱਕੇ ਹੈ, ਬੜਾ ਦੂਰ ਚਲਿਆ ਗਿਆ। ਸਿਮਰਨ ਬੰਦਗੀ ਕਰਨ ਦੀ ਲੋੜ ਕੀ ਹੈ? ਹੋ ਤੇ ਰਹੀ ਹੈ ਸਿਮਰਨ ਬੰਦਗੀ ਧਾਰਮਿਕ ਸਥਾਨਾਂ 'ਤੇ। ਮਨੁੱਖ ਦੀ ਇਹ ਖੁਆਇਸ਼ ਹੁੰਦੀ ਹੈ ਕਿ ਸਿਮਰਨ ਬੰਦਗੀ ਤਾਂ ਹੋ ਰਹੀ ਹੈ ਧਾਰਮਿਕ ਸਥਾਨਾਂ 'ਤੇ, ਮੰਦਰਾਂ ਦੇ ਵਿੱਚ ਹੋ ਰਹੀ ਹੈ, ਡੇਰਿਆਂ ਦੇ ਵਿੱਚ ਹੋ ਰਹੀ ਹੈ, ਗੁਰਦੁਆਰਿਆਂ ਦੇ ਵਿੱਚ ਹੋ ਰਹੀ ਹੈ, ਚਰਚ ਘਰਾਂ ਦੇ ਵਿੱਚ ਹੋ ਰਹੀ ਹੈ, ਬੜੀ ਜਗ੍ਹਾ 'ਤੇ ਹੋ ਰਹੀ ਹੈ ਸਾਰੀ ਜਗ੍ਹਾ 'ਤੇ। ਪਰ ਜਿੰਨਾ ਚਿਰ ਮਨੁੱਖ ਆਪਣੇ ਆਪ ਸਿਮਰਨ ਬੰਦਗੀ ਨਹੀਂ ਨਾ ਕਰਦਾ ਉਹਨਾਂ ਚਿਰ ਮਨੁੱਖ ਨੂੰ ਫਲ ਨਹੀਂ ਮਿਲਦਾ। ਸੁਣੇ ਹੋਏ ਦਾ ਫਲ ਮਿਲੇਗਾ ਪਰ ਗਾਉਣਾ ਆਪ ਨੂੰ ਪੈਂਦਾ ਮਨੁੱਖ ਨੂੰ। ਪਰਮਾਤਮਾ ਦੇ ਸਿਮਰਨ ਬੰਦਗੀ ਗੀਤ ਜਿਨ੍ਹਾਂ ਨੇ ਗਾਏ ਨੇ ਅੱਜ ਤੱਕ ਉਹਨਾਂ ਦੇ ਨਾਮ ਨੂੰ ਦੁਨੀਆ ਜਿਹੜੀ ਹੈ ਸਜਦਾ ਕਰਦੀ ਹੈ। ਸੋ ਹਰ ਇੱਕ ਮਨੁੱਖ ਦਾ ਇਹ ਫਰਜ਼ ਬਣਦਾ ਹੈ ਕਿ ਸਿਮਰਨ ਅਤੇ ਬੰਦਗੀ ਜ਼ਰੂਰ ਕਰਨ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਜਿਤਨਾ ਕੁ ਸਮਾਂ ਅਕਾਲ ਪੁਰਖ ਨੇ ਸੰਗਤਾਂ ਨੇ ਬਖਸ਼ਿਆ ਉਤਨਾ ਕੁ ਸਮਾਂ ਆਪਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਸਾਰੀਆਂ ਸੰਗਤਾਂ ਸੁਹਾਵਨਾ ਕਰਦੇ ਹਾਂ। ਗੁਰੂ ਸਾਹਿਬ ਜੀ ਮਹਾਰਾਜ ਨੇ ਮਹਾਨ ਕਿਰਪਾ ਕੀਤੀ ਹੈ। ਸਮਾਪਤੀ ਦਾ ਟਾਈਮ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।